ਕੀਤਾ ਸੀ ਵੀ ਮੈਂ ਜਿਹੜਾ ਮੈਂ 6 ਮਹੀਨਿਆਂ ਦੇ ਵਿੱਚ ਤੁਹਾਨੂੰ ਬਣਾ ਕੇ ਮਕਾਨ ਤੁਹਾਡੇ ਹੈਂਡਓਵਰ ਕਰਾਂਗਾ। ਬੰਨੇ ਕੀਤੇ ਤੇ ਫਿਰ ਇਹਨਾਂ ਜਿਹਦੇ ਤਰੇੜ ਵੀ ਨਹੀਂ ਨਾ ਆਈ ਉਹ ਵੀ ਬੰਦਾ ਆ ਗਿਆ ਮੇਰੇ ਕੋਲ ਸਾਡੀ ਵੀ ਬਣਵਾ ਦਿਓ। ਅਸੀਂ ਸਾਰਿਆਂ ਨੂੰ ਹਾਂ ਕਰਦੀ ਹੈ ਕੋਈ ਮੈਂ ਰੈਂਟ ਤੇ ਰਹੀ ਹਾਂ 1 ਸਾਲ ਬਾਅਦ ਇਹ ਮਹੀਨਾ ਕੁ ਪਹਿਲੇ ਉਹ ਕਹਿੰਦੇ ਜੀ 2 ਮਹੀਨੇ ਵਿੱਚ ਤੁਸੀਂ ਮਕਾਨ ਖਾਲੀ ਕਰ ਦਿਓ। ਦੱਸੋ ਇਸ ਕਲੋਨੀ ਚੋਂ ਮੈਂ ਛੱਡ ਕੇ ਕਿੱਥੇ ਜਾਵਾਂ। ਮਕਾਨ ਮੈਂ ਢਵਾਏ ਆਪ ਉਹਦੇ ਤੇ 3-4 ਮਹੀਨੇ ਉੱਤੇ ਵੀ ਲੱਗੇ ਢਾਣ ਤੇ ਵੀ ਲੱਗੇ 4 ਤੇ 2 ਮਹੀਨੇ 'ਚ ਮਕਾਨ ਕਿਸ ਤਰ੍ਹਾਂ ਬਣ ਜਾਣੇ ਸੀ। ਜਿਹੜੇ ਬਣ ਸਕਦੇ ਸੀ ਇਮੀਡੀਏਟਲੀ ਉਹਨਾਂ ਵਿਚਾਰਿਆਂ ਸ਼ੁਰੂ ਕਰ ਦਿੱਤੇ। ਦੀ ਸਰਕਾਰ ਦੀ ਪਰਵਾਹ ਨਹੀਂ ਕਰਦਾ, ਡੀਸੀ ਸਾਹਿਬ ਦੀ ਪਰਵਾਹ ਨਹੀਂ ਕਰਦਾ, ਇੱਕ ਐਮਐਲਏ ਦੀ ਪਰਵਾਹ ਨਹੀਂ ਕਰਦਾ। ਅਪਰੂਵ ਨੇ ਸਾਰੀਆਂ ਗਵਰਨਮੈਂਟ ਕੋ ਉੱਥੋਂ ਬਗੈਰ ਤਾਂ ਇਹ ਕੰਮ ਹੀ ਨਹੀਂ ਕਰ ਸਕਦੇ। ਸਾਡੀ ਬੇਸਮੈਂਟ ਵੀ ਅਪਰੂਵ ਹੈ ਜਿਹਨੂੰ ਕਹਿੰਦੇ ਅਨਆਥੋਰਾਈਜ਼। ਹੁਣ ਦੇਖੋ ਕਿਤੋਂ ਆਥੋਰਾਈਜ਼ ਕਿਸ ਤਰ੍ਹਾਂ ਬਣ ਗਈ। ਹੁਣ 10,000 ਰੁਪਏ ਕਿਰਾਇਆ ਹੋਰ ਬਿਜਲੀ ਦਾ ਬਿੱਲ ਵੱਖਰੇ ਹੋਰ ਜਿਹੜਾ ਸ਼ਿਫਟਿੰਗ ਦਾ ਜਿਹੜਾ ਮੈਂ ਖਰਚਾ ਕੀਤਾ 20-25,000 ਮੇਰਾ ਲੱਗ ਗਿਆ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੰਗ ਕਰਦੇ ਸਾਡੇ ਘਰ ਜਲਦੀ ਬਣਾ ਕੇ ਦੇ। ਮੈਂ ਉਹਨਾਂ ਨੂੰ ਪੈਸੇ ਦਿੱਤੇ ਹੋਏ ਉਹ ਮੇਰਾ ਉਹਨਾਂ ਨਾਲ ਰੇਟ ਤੇ ਵੀ ਇਹਨਾਂ ਨੇ ਕੁਝ ਨਹੀਂ ਕਰਨਾ। ਇਹਨਾਂ ਨੇ ਸਿਰਫ ਚਾਬੀ ਲੈਣੀ ਉਹਨਾਂ ਕੋਲ ਜਾ ਕੇ ਮਕਾਨ ਦੀ। ਤੁਹਾਡੇ ਵੱਲੋਂ ਐਗਰੀਮੈਂਟ ਸੀ ਸਾਰੇ ਕੰਮ ਕਰਕੇ ਦੇ ਰਹੇ ਆ। ਜਿਹੜਾ ਇਹਨਾਂ ਦਾ 70 ਸਾਲ ਪੁਰਾਣਾ ਹੀ ਜਿਹੜਾ ਉਹ ਨਵਾਂ ਖਾਣਾ ਕੰਮ ਮਿਲ ਕੇ ਆ ਰਿਹਾ। ਜੇ ਇਹਨਾਂ ਨੂੰ ਫਿਰ ਵੀ ਪ੍ਰੋਬਲਮ ਹੈ ਤਾਂ ਫਿਰ ਮੇਰਾ ਤਾਂ ਹੁਣ ਸਾਰੇ ਮਕਾਨ ਵਾਲੇ ਕਿੱਥੇ ਰਹਿ ਰਹੇ ਆ? ਕਿ ਉਹ ਇਹਨਾਂ ਨੂੰ ਮੈਂ ਕਿਰਾਇਆ ਦੇ ਰਿਹਾ ਆਪਣੇ ਮਕਾਨਾਂ ਕਿਰਾਏ ਦੇ ਰਹਿ ਰਹੇ ਸਾਰੇ ਨੂੰ। ਇਹ ਸਾਡੇ ਹੱਕ ਵਿੱਚ ਨਹੀਂ ਗਾ ਕਿਉਂਕਿ ਸਾਡੀਆਂ ਸਾਰੀਆਂ ਬਿਲਡਿੰਗ ਜਿਹੜੀਆਂ ਨੇ ਉਹ ਅਨਸੇਫ ਹੋ ਜਾਂਦੀਆਂ ਨੇ ਅਗਰ ਇਹ ਕੰਮ ਆਪਣਾ ਬੰਦ ਕਰ ਦਿੰਦੇ ਆ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਬਾਰ-ਬਾਰ ਰਿਚੀ ਹੋਟਲ ਦਾ ਮੁੱਦਾ ਉੱਠਦਾ ਹੈ। ਪਿੱਛੇ ਬਿਲਡਿੰਗਾਂ ਅਨਸੇਫ ਤੇ ਕੁਝ ਨਵੇਂ ਘਰ ਵੀ ਬਣਦੇ ਪਏ ਜਿਹੜੇ ਕਿ ਪਿਛਲੇ ਸਾਲ ਢੱਟ ਗਏ ਸਨ। ਉਸ ਦੇ ਬਾਰੇ ਅੱਜ ਪੂਰੀ ਜਾਣਕਾਰੀ ਆਪਾਂ ਲਵਾਂਗੇ ਰਿਚੀ ਹੋਟਲ ਦੇ ਮਾਲਕ ਜਿਹੜੇ ਕਿ ਕੰਸਟਰਕਟ ਕਰਾ ਰਹੇ ਹੋਟਲ ਕੀ ਕਾਰਨ ਹੈ ਕਿ ਜਿਹੜੇ ਮਕਾਨ ਹੈ ਉਹ ਕਿਉਂ ਡਿੱਗੇ ਤੇ ਮਕਾਨਾਂ ਦੀ ਉਸਾਰੀ ਤੋਂ ਲੈ ਕੇ ਮਕਾਨਾਂ ਦੇ ਕਿਰਾਏ ਤੱਕ ਕਿਹਨਾਂ ਵੱਲੋਂ ਦਿੱਤਾ ਜਾ ਰਿਹਾ ਤਾਂ ਆਪਾਂ ਨਾਲ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਮੌਜੂਦ ਹਨ ਵਿਜੇ ਸ਼ਰਮਾ ਜੀ। ਸਵਾਗਤ ਹੈ ਸਰ ਤੁਹਾਡਾ ਲਾਈਵ ਭਾਰਤ ਤੇ। ਨਮਸਕਾਰ ਜੀ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਿ ਤੁਹਾਡਾ ਜਿਹੜਾ ਇਹ ਜ਼ਮੀਨ ਜਿਹੜੀ ਹੈ ਉਹ ਕਿੰਨੀ ਕੁ ਪੁਰਾਣੀ ਜ਼ਮੀਨ ਹੈ ਤੇ ਤੁਸੀਂ ਕਦੋਂ ਕੰਸਟਰਕਸ਼ਨ ਸ਼ੁਰੂ ਕੀਤੀ? ਇਹ ਜੀ ਮੇਰੀ ਜ਼ਮੀਨ ਅੱਜ ਤੋਂ 22 ਸਾਲ ਪੁਰਾਣੀ ਹੈ। ਜਿਹੜਾ ਦੀਪ ਕੰਪਲੈਕਸ ਹੈ ਇਹ 91 ਤੋਂ ਮੇਰੇ ਕੋਲ ਹੈ। ਸੇਮ ਹੀ ਖਸਰੇ ਦੀ ਜ਼ਮੀਨ ਹੈ ਇਹ ਵਾਲੀ ਸਾਰੀ। ਤੇ ਅਪਰੂਵਡ ਸਾਰੇ ਕਰਾ ਕੇ 2018 ਦੇ ਵਿੱਚ ਇਹਦਾ ਮੈਂ ਨਕਸ਼ਾ ਅਪਰੂਵ ਕਰਾ ਕੇ ਸਾਰੇ ਨਕਸ਼ੇ ਇਨਵੈਸਟਮੈਂਟ ਪੰਜਾਬ 'ਚੋਂ ਕਰਵਾ ਕੇ ਤੇ ਮੈਂ ਇਹਨਾਂ ਨੂੰ ਪ੍ਰੋਜੈਕਟ ਸ਼ੁਰੂ ਕੀਤਾ ਆਪਣਾ ਇਹ ਵਾਲਾ ਪ੍ਰੋਜੈਕਟ ਤੁਸੀਂ ਸ਼ੁਰੂ ਕੀਤਾ। ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਇੱਕ ਮਸਲਾ 2019 ਤੋਂ ਸ਼ੁਰੂ ਹੋ ਗਿਆ ਜਦੋਂ ਕਿ ਇੱਕ ਹੋਟਲ ਦੀ ਬਿਲਡਿੰਗ ਡਿੱਗੀ। ਸਭ ਤੋਂ ਪਹਿਲਾਂ ਇਹ ਹੋਟਲ ਦੀ ਬਿਲਡਿੰਗ ਇਹ 2019 ਦੇ ਵਿੱਚ ਜਦੋਂ ਕਰੋਨਾ ਦੇ ਟਾਈਮ ਤੇ ਕੰਪਲੀਟ ਹੋ ਚੁੱਕਾ ਸੀ ਸਾਰਾ ਥੱਲੇ ਵਾਲਾ ਜਿੰਨਾ ਮੇਰਾ ਬੇਸਮੈਂਟ ਦਾ ਕੰਮ ਸੀ ਕੰਪਲੀਟ ਹੋ ਗਏ ਸਭ ਕੁਝ ਗਾਰਡਰ ਲਾ ਕੇ ਹੋ ਗਿਆ ਸੀ। ਥੋੜ੍ਹੇ ਦਿਨ ਕਰੋਨਾ ਕਰਕੇ ਫਿਰ ਥੋੜ੍ਹੇ ਦਿਨ ਕੰਸਟਰਕਸ਼ਨ ਬੰਦ ਰਹੀ ਹੈ। ਉਸ ਤੋਂ ਬਾਅਦ ਜਦੋਂ ਕਰੋਨਾ ਖਤਮ ਹੋਇਆ ਤੇ ਅਸੀਂ ਇਹਨੂੰ ਸਟਾਰਟ ਕੀਤਾ। ਉਸ ਤੋਂ ਸਟਾਰਟ ਕੀਤਾ ਕੰਸਟਰਕਸ਼ਨ। ਫਿਰ ਸਾਨੂੰ ਇੱਕ ਗ੍ਰੈਂਡ ਹੋਟਲ ਵਾਲਾ ਜਿਹੜਾ
ਇਸ ਵੇਲੇ ਰੀਜੀ ਹੋਟਲ ਦੇ ਇੰਜੀਨੀਅਰ ਵੀ ਸਾਡੇ ਨਾਲ ਮੌਜੂਦ ਹਨ, ਜਿਨ੍ਹਾਂ ਦੀ ਦੇਖ ਰੇਖ 'ਚ ਇਹ ਕੰਸਟਰਕਸ਼ਨ ਹੋ ਰਹੀ ਹੈ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਸਰ ਸਵਾਗਤ ਹੈ ਤੁਹਾਡਾ ਲਾਈਵ ਭਾਰਤ ਤੇ। धन्यवाद। ਸਰ ਜੋ ਸਭ ਤੋਂ ਪਹਿਲਾਂ ਮੈਂ ਇੱਕ ਸਵਾਲ ਪੁੱਛੂੰਗਾ ਕਿ ਆਪਣਾ ਚਾਰੇ ਪਾਸੇ ਰਿਟੇਨਿੰਗ ਵਾਲ ਹੈ ਤੁਹਾਡੇ ਇਸ ਵੇਲੇ, ਸਿਰਫ ਇਸ ਲਾइन ਤੋਂ ਉਸ ਲਾइन तक रिटेनिंग वॉल नहीं है, ਉਹਦਾ ਕਾਰਨ? ये 1 साल पहले ये वाली रिटेनिंग वॉल जो पाइल रिटेनिंग वॉल थी वो सारी की सारी डिसमेंटल होकर गिर गई थी। यानी आपने बनाई थी पहले? ये कंप्लीट बनी हुई थी, ये पूरा का पूरा ये रिटेनिंग वॉल से कंप्लीट था ये। तो सबसे पहले आपकी वॉल डिसमेंटल हुई, तो उसका कारण क्या कि इतनी बड़ी रिटेनिंग वॉल डिसमेंटल हो गई? ये वॉल जो थी डैमेज होने का मेजर रीज़न था जो सामने ग्रैंड होटल है, ग्रैंड होटल में जो ये पुरानी स्ट्रक्चर आप देख रहे हो, इस स्ट्रक्चर का ये डिसमेंटलिंग कर रहे थे अपनी तरफ से, जो बिल्कुल ही नॉन टेक्निकल तरीके से कर रहे थे, पुल कर रहे थे, जिससे बड़ी बड़ी वॉल्स जो सीधी गिरी हैं और जिस गिरने की वजह से जो टोटल उसका लोड का इम्पैक्ट पड़ा वो पाइल्स पे पड़ा। मोरोवर जो इन्होंने अंदर से कोई टैंक था वाटर का या पाइपलाइन थी जो कई टाइम से इन्होंने खोल के रखी थी, जिससे ये सारा पानी यहाँ पर पूरी वॉल जो बैक साइड से वेट थी। तो जब इन्होंने नॉन टेक्निकल तरीके से बड़ी बड़ी वॉल्स को नीचे गिराया तो उसका इम्पैक्ट लोड पड़ा, तो वो वॉल्स जो है जो अगली वाली हमारी जितनी भी पाइल्स थी वो ब्रेक होकर सारी की सारी गिर। यानी आपके कहने का मतलब ये डैमेज हुआ नहीं, डैमेज क्रिएट किया गया? हाँ, ये डैमेज क्रिएट किया गया, मैं इसको ये समझता हूँ, ये डैमेज। तो डैमेज क्रिएट होने के बाद जो 4-5 घर डैमेज हो गए इसके साथ में, तो उसका कसूरवार कौन? उसका कसूरवार भी देखो, अब हम सीधे तौर पे कहें तो वो जो जिस तरीके से ये अपनी डिसमेंटलिंग अंदर कर रहे थे, उस डिसमेंटलिंग की वजह से हमारी जो पाइल्स थी यहाँ पर वो डिस्टर्ब हुई, उस डिस्टर्ब होने की वजह से वो सारा वहाँ पर लैंडस्लाइड क्रिएट हुआ, तो उसकी वजह से इनके घरों को डैमेज हुआ। घरों को डैमेज हुआ। एक आपकी जो वॉल जो कंस्ट्रक्ट की हुई थी आपने रिटेनिंग वॉल, वो गिरने से आपका कितना लॉस हो गया? हमारा तो लॉस सर अब आज की डेट में देखें तो करोड़ों में है, सारी की सारी वॉल गिर गई है। उसके बाद जितना मलबा अंदर आया हम उसको बाहर निकाल रहे हैं और रिकन्स्ट्रक्शन हो रहा है सब, तो ये तो सारा लॉस ही है। साथ में जो घर हैं वो डिसमेंटल किए हैं, वो नए तरीके से बना रहे हैं। और जो घर डिसमेंटल किया है उसका भी खर्चा आपकी कंपनी उठा रही है? वो उठा रहे हैं। उसका कितना तकरीबन कितना एस्टिमेट खर्चा बनाया हुआ आपने? सर इसका एस्टिमेटेड खर्चा हमने जो बनाने का है वो काफ़ी है, ये इसको मैं आपको अलग से बता सकता हूँ कि कैसे हमने इसका एस्टिमेट किया हुआ है। तो अभी कारण क्या हुआ कि ये काम रोक दिया गया? ये काम आज मॉर्निंग में, वैसे तो ये रोज़ हमें कोई ना कोई कॉर्पोरेशन से आकर हमें कहते थे काम यहाँ नहीं करो वहाँ करो, मतलब वो एक तरह की गाइड करते हैं हमें आकर। तो आज तो उन्होंने नहीं, कॉर्पोरेशन क्यों इंटरफेयर करता? क्या आपके नक्शे पूरे नहीं है? आपके जो गवर्नमेंट के रूल्स के अकॉर्डिंग बिल्डिंग नहीं बन रही? नहीं, वो उनको पता नहीं क्या है, उनको मालूम भी है हमारे नक्शे भी अप्रूव्ड है, और उसके बाद उनका जो कहना है वो बिल्कुल ही एक नॉन टेक्निकल तरीके से आके कहते हैं एक ही कॉर्नर में काम करो, इस वाले कॉर्नर पे काम नहीं करना है, आपको वही रिटेनिंग वॉल बनानी है, जो पॉसिबल नहीं है। हम अगर यहाँ की रिटेनिंग वॉल को छोड़ देते हैं और इसके ऊपर हॉरिजॉन्टल सपोर्ट जिसको हम स्लैब कहते हैं वो नहीं डालते हैं, तो ये जो बिल्डिंग्स खड़ी हुई हैं ये भी सारी की सारी एक डेंजरस पोजीशन पे आ जाएगी और ये सारी की सारी गिर सकती है। आपके कहने का मतलब कि जैसा पहले सामने डैमेज हुआ वैसा इस साइड भी हो सकता है, जैसे कि पहले उस साइड पे घर गिरे हैं, इस साइड पे बड़ी कमर्शियल बिल्डिंग भी गिर सकती हैं अगर जो इसको कंस्ट्रक्शन लेवल पे ना की गई तो? बिल्कुल, अगर हमें यहाँ ग्राउंड लेवल तक नहीं आते हैं तो ये बिल्कुल हम जो आज हमने रिटेनिंग वॉल्स आप नीचे देखोगे वो अभी लगभग 15-15 फीट की आई है, लेकिन इसके ऊपर हॉरिजॉन्टल सपोर्ट देना होता है जो स्लैब है, फिर इसके ऊपर फिर रिटेनिंग वॉल आएगी, फिर स्लैब आएगी। जब तक हम यहाँ ग्राउंड लेवल तक नहीं आ जाते तब तक यहाँ का जो लेटरल फोर्सेस है हम उसको नहीं रोक सकते। तो डिपार्टमेंट के पास भी तो इंजीनियर होंगे, डिपार्टमेंट के पास भी तो ऐसे सलाहकार होंगे जो टेक्निकली तरीके से समझा सकें डिपार्टमेंट को और साथ में लोगों को जो आपके खिलाफ आवाज़ उठाते हैं। नहीं, वो तो हमें नहीं पता उनके पास टेक्निकली है या नहीं है, पर जो आके कहते हैं वो गलत है। वो ऐसा नहीं हो सकता है कि हम इस पोजीशन पे लाके इसको छोड़ दें और वहाँ की रिटेनिंग वॉल कर दें। वो रिटेनिंग वॉल जब तक कि हॉरिजॉन्टल सपोर्ट के साथ नहीं जुड़ती है तब तक वो रिटेनिंग वॉल पूरी नहीं है, अदरवाइज़ वो गिर जाएगी। एक तरफ इस दीप कॉम्प्लेक्स के जो ऑनर हैं बिल्डिंग के, कमर्शियल बिल्डिंग के ऑनर है, वो कह रहे हैं कि आप अपनी कंस्ट्रक्शन कंप्लीट कर लोगे तो हमारी बिल्डिंग सेफ़ हो जाएगी। दूसरी तरफ जिनके घर गिर चुके हैं वो कहते हैं कि पहले हमारे घर बनाओ उसके बाद अपनी कंस्ट्रक्शन शुरू करो। दोनों में अंतर, दोनों में बिल्कुल ऑपोजिट दोनों का डिसीजन है, लेकिन आप टेक्निकली तरीके से किसको सही समझते हो? नहीं, वो दीप कॉम्प्लेक्स वाले कह रहे हैं वो तो सही कह रहे हैं, वो तो कहते हैं कि आप अपने ग्राउंड लेवल तक आ जाओ तो आप हम 100% सेफ़ हैं। जिनके घर अभी हमने डिसमेंटल किए और बना रहे हैं उनका कहना है कि पहले घर बनाओ, लेकिन वो अंडरस्टैंड नहीं कर रहे हैं कि उनके घर की प्लॉट है कहाँ है पूरी। उनकी प्लॉट की आगे की लाइन जो है वो
लैंडस्लाइड कर गई है। यानी कि ज़मीन भी नहीं है उनके जगह की। फिलहाल उस कॉर्नर पे ज़मीन भी नहीं है। अगर वो देखेंगे, अगर हम वहाँ पे कंस्ट्रक्शन करते हैं और लोड डालते हैं तो वो सारा का सारा वो सब फिर नीचे आ जाएगा। मैं एक बार आपको तस्वीरें दिखा दूं कि यहाँ पर जो ज़मीन है, ज़मीन इस वक्त नहीं है, लेकिन ये क्या आपके कंस्ट्रक्शन के दायरे में आती है या इससे बाहर है? हमारे कंस्ट्रक्शन से बाहर है, हमारी बाउंड्री लाइन इसके अंदर है। ये जो है ये बाहर है, ये लैंडस्लाइड होने की वजह से सब नीचे है। तो यानी कि आपकी कंस्ट्रक्शन से बाहर, उसके बावजूद भी आपकी ओर से इसको रिकंस्ट्रक्शन करने की कमिटमेंट पूरी की जा रही है? हाँ जी, श्योर, की जा रही है। लेकिन फिर बार बार मुद्दा यही उठ के आ जाता है कि आप अपनी कंस्ट्रक्शन छोड़ के पहले उधर की कंस्ट्रक्शन कराओ, तो उधर की कंस्ट्रक्शन कैसे पॉसिबल हो सकती है? नहीं पॉसिबल है ना, जब तक हम नीचे से रिटेन नहीं करेंगे, जब तक रिटेनिंग वॉल ऊपर तक नहीं आएगी, तब तक उनको सपोर्ट, उनकी प्लॉट को सपोर्ट नहीं मिलती है और वो नहीं बन सकता है। तो वो कौन कैसे समझाता है वो मुझे नहीं पता है, लेकिन हमको सबसे पहले इसको रिटेन करना है, फिर ऊपर के घर बन जाएंगे। आप ये 2 घर देख रहे हैं, जो 2 घर बने हैं, ये इनके नीचे की रिटेनिंग वॉल ऑलमोस्ट बन गई है, लेकिन हम इसके ऊपर अब नहीं बना सकते क्योंकि और लोड पड़ेगा। हॉरिजॉन्टल सपोर्ट देना जरूरी है, स्लैब लगाना जरूरी है और उसके ऊपर के ग्राउंड लेवल तक आना जरूरी है, तो घर आसानी से बन जाए। ਤੇ ਸਰ ਰਾਜੀਵ ਵਰਮਾ ਜੀ ਜਿਹੜੇ ਕਿ ਪਿਛਲੇ 27 ਸਾਲਾਂ ਤੋਂ ਕੰਸਟਰਕਸ਼ਨ ਦਾ ਕੰਮ ਕਰ ਰਹੇ ਹਨ ਤੇ ਕੰਸਟਰਕਸ਼ਨ ਦਾ ਕੰਮ ਕਰਦੇ ਹੋਏ ਇਹਨਾਂ ਨੇ ਸਲਾਹ ਦਿੱਤੀ ਹੈ ਕਿ ਇੱਥੇ ਜਦ ਤੱਕ ਇਹ ਕੰਸਟਰਕਸ਼ਨ ਕੰਪਲੀਟ ਨਹੀਂ ਹੁੰਦੀ ਉਨੀ ਦੇਰ ਤੱਕ ਇਹਨਾਂ ਦੀਵਾਰਾਂ ਨੂੰ ਵੀ ਤਾਕਤ ਨਹੀਂ ਮਿਲੇਗੀ, ਇਹਨਾਂ ਦੀਵਾਰਾਂ ਨੂੰ ਵੀ ਆਸੇ-ਪਾਸੇ ਦੀ ਜ਼ਮੀਨੀ ਦਬਾਅ ਸਹਿਣ ਦੀ ਸ਼ਕਤੀ ਨਹੀਂ ਮਿਲੇਗੀ। ਇਸ ਕਰਕੇ ਇਹ ਕੰਸਟਰਕਸ਼ਨ ਜਦੋਂ ਕੰਪਲੀਟ ਹੋ ਜਾਂਦੀ ਹੈ, ਇਹਦੇ ਉੱਤੇ ਅਗਰ ਜੇ ਸਲੈਬ ਪੈ ਜਾਂਦੀ ਹੈ ਤੇ ਇਹਨਾਂ ਦੀਵਾਰਾਂ ਨੂੰ ਵੀ ਸਪੋਰਟ ਮਿਲ ਜਾਏਗੀ, ਜਿਸ ਕਰਕੇ ਇਹ ਆਸੇ-ਪਾਸੇ ਦੀਆਂ ਉੱਚੀਆਂ ਇਮਾਰਤਾਂ ਦਾ ਬੋਝ ਵੀ ਝੱਲ ਸਕਣਗੀਆਂ। ਜੇਕਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਤੇ ਮੌਸਮ ਹੋਰ ਵੀ ਖਰਾਬ ਹੋਏਗਾ ਤੇ ਇਹ ਡੈਮੇਜ ਹੋਰ ਵੱਧ ਸਕਦਾ ਹੈ। ਜਿਸ ਤਰ੍ਹਾਂ ਕਿ ਸਾਹਮਣੇ ਦੱਸਿਆ ਕਿ ਪਹਿਲਾਂ ਵੀ ਇੱਥੇ ਇਸ ਤਰ੍ਹਾਂ ਦੀ ਰਿਟੇਨ ਵਾਲ ਬਣਾਈ ਗਈ ਸੀ, ਉਸ ਨੁੱਕਰ ਤੋਂ ਲੈ ਕੇ ਇਸ ਨੁੱਕਰ ਤੱਕ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ 4 ਪਿੱਲਰ ਦਿਖ ਰਹੇ ਹਨ। ਇਹ 4 ਪਿੱਲਰ ਤੋਂ ਲੈ ਕੇ ਉਸ ਪਿੱਲਰ ਤੱਕ ਵੀ ਰਿਟੇਨ ਵਾਲ ਬਣਾਈ ਗਈ ਸੀ, ਲੇਕਿਨ ਇਹ ਸਾਈਡ ਦਾ ਫੋਰਸ ਜ਼ਿਆਦਾ ਹੀ, ਉਧਰ ਦਬਾਅ ਜ਼ਿਆਦਾ ਸੀ। ਦਬਾਅ ਜ਼ਿਆਦਾ ਹੋਣ ਦੇ ਕਰਕੇ ਇਹ ਵਾਲ ਡਿੱਗ ਪਈ, ਜਿਸ ਕਰਕੇ ਇਹ ਡੈਮੇਜ ਕ੍ਰੀਏਟ ਹੋਇਆ ਤੇ ਡੈਮੇਜ ਕ੍ਰੀਏਟ ਜਿਹੜਾ ਉਹਦੀ ਭਰਪਾਈ ਵੀ ਇਹਨਾਂ ਵੱਲ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ। ਲੇਕਿਨ ਸਭ ਤੋਂ ਵੱਡੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਦ ਤੱਕ ਇੱਥੇ ਸਲੈਬ ਪੈ ਕੇ ਹੌਰੀਜ਼ੈਂਟਲ ਇਹਦਾ ਕਿਹਾ ਜਾਵੇ ਤੇ ਇਹਦਾ ਲੈਂਟਰ ਪੈ ਕੇ ਇਹਨੂੰ ਪੂਰੀ ਸਪੋਰਟ ਨਹੀਂ ਮਿਲੇਗੀ, ਉਨੀ ਦੇਰ ਤੱਕ ਦੀਵਾਰਾਂ 'ਚ ਵੀ ਇੰਨੀ ਤਾਕਤ ਨਹੀਂ ਆਏਗੀ ਕਿ ਇਹ ਆਸ-ਪਾਸ ਦੀ ਬਿਲਡਿੰਗਾਂ ਦਾ ਵਜਨ ਝੱਲ ਸਕਣ। ਤੇ ਇਹ ਸੀ ਇਹਨਾਂ ਦੀ ਸਲਾਹ ਤੇ ਇਹ ਸਲਾਹ ਕਿੰਨੀ ਕਿ ਸਹੀ ਹੈ ਇਹ ਤੇ ਆਪਣਾ ਟੈਕਨੀਕਲੀ ਜਿਹੜੇ ਕੰਸਟਰਕਸ਼ਨ ਕੰਪਨੀ ਨਾਲ ਜੁੜੇ ਜਾਂ ਕੰਸਟਰਕਸ਼ਨ ਲਾਈਨ ਨਾਲ ਜੁੜੇ ਉਹ ਦੱਸ ਸਕਦੇ ਹਨ। ਲੇਕਿਨ ਸਾਡੇ ਅੱਜ ਦਿਖਾਉਣ ਦਾ ਮਤਲਬ ਇਹੀ ਸੀ ਕਿ ਇਹ ਪਿਛਲੇ ਦਿਨਾਂ ਤੋਂ ਜਿਹੜਾ ਕਿ ਡੈਮੇਜ ਚੱਲ ਰਿਹਾ ਹੈ, ਪਿਛਲੇ ਲਗਭਗ 1 ਸਾਲ ਤੋਂ ਇਹ ਇੱਕ ਵਿਵਾਦਿਤ ਮੁੱਦਾ ਬਣ ਚੁੱਕਾ ਹੈ ਰਿਚੀ ਹੋਟਲ ਦੀ ਬਿਲਡਿੰਗ ਦਾ। ਉਸ ਦੇ ਵਿੱਚ ਕੀ ਕਾਰਨ ਹੈ ਤੇ ਕੀ ਕਾਰਨ ਹੈ ਆਸ-ਪਾਸ ਦੀ ਜਿਹੜੀ ਬਿਲਡਿੰਗ ਦੀ ਕੰਸਟਰਕਸ਼ਨ ਨਹੀਂ ਹੋ ਪਾ ਰਹੀ, ਜਦ ਕਿ ਇਹ ਕੰਪਨੀ ਵੱਲੋਂ ਕੰਸਟਰਕਸ਼ਨ ਕਰਵਾ ਕੇ ਦੇਣ ਦੀ ਕਮਿਟਮੈਂਟ ਵੀ ਕੀਤੀ ਗਈ ਹੈ ਤੇ ਕੰਸਟਰਕਸ਼ਨ ਜਦ ਤੱਕ ਨਹੀਂ ਹੁੰਦੀ ਉਨੀ ਦੇਰ ਤੱਕ ਇਹ ਜਿਹੜੇ ਵੀ ਲੋਕ ਜਿਨ੍ਹਾਂ ਦੇ ਘਰ ਡਿੱਗੇ ਹਨ ਉਹਨਾਂ ਨੂੰ ਕਿਰਾਏ 'ਤੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਤਾਂ ਉਹ ਕਿਰਾਇਆ ਵੀ ਕੰਪਨੀ ਵੱਲੋਂ ਹੀ ਦਿੱਤਾ ਜਾ ਰਿਹਾ ਹੈ। ਲੇਕਿਨ ਅੱਜ ਵਿਜੇ ਸ਼ਰਮਾ ਜੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਅੱਗੇ ਤੋਂ ਕਿਰਾਇਆ ਰੋਕ ਦੇਣਗੇ ਜੇਕਰ ਉਹਨਾਂ ਦਾ ਕੰਮ ਵੀ ਰੋਕਿਆ ਗਿਆ। ਦੇਖਣਾ ਹੈਗਾ ਇਸ ਦੇ ਵਿੱਚ ਕਾਰਪੋਰੇਸ਼ਨ ਤੇ ਵੱਲੋਂ ਡਿਪਾਰਟਮੈਂਟ ਵੱਲੋਂ ਕੀ ਕਦਮ ਚੁੱਕੇ ਜਾਂਦੇ ਹਨ ਤੇ ਇਸ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਹੈ। ਬਣੇ ਰਹੋ ਲਾਈਵ ਭਾਰਤ ਦੇ ਨਾਲ।